ਜਦੋਂ ਕਿਸੇ ਦੀ ਸਜ਼ਾ ਪੂਰੀ ਹੋ ਜਾਂਦੀ ਆ ਉਹਨਾਂ ਨੂੰ ਛੱਡਣਾ ਚਾਹੀਦਾ। ਇੱਕ ਤਰਫ ਅਸੀਂ ਦੇਖਦੇ ਹਾਂ ਸਰਸੇ ਦਾ ਸਾਧ ਆ, ਉਹਨੇ ਰੇਪ ਕੀਤਾ, ਉਹਨੂੰ ਪਰੋਲ ਤੇ ਛੱਡਿਆ ਜਾਂਦਾ ਹੈ ਔਰ ਉਹ ਆਪਣੇ ਸਤਸੰਗ ਵੀ ਕਰਦਾ ਹੈ ਬਾਹਰ ਆ ਕੇ ਔਰ ਆਪਣੀਆਂ ਵੋਟਾਂ ਦਾ ਮੈਸੇਜ ਦਿੰਦਾ ਹੈ ਔਰ ਉੱਥੇ ਕਿਤੇ ਨਾ ਕਿਤੇ ਸੈਂਟਰ ਨੂੰ ਉਹਦਾ ਪ੍ਰੋਫਿਟ ਹੁੰਦਾ ਆ। ਵਿਰੋਧ ਤੁਹਾਡਾ ਵੀ ਹੋ ਚੁੱਕਾ ਹੈ, ਵਿਰੋਧ ਇਹ ਵੀ ਚਰਚੇ ਚੱਲ ਚੁੱਕੇ ਨੇ, ਤੁਸੀਂ ਅਕਾਲੀ ਦਲ 'ਚ ਸ਼ਾਮਲ ਹੋ ਰਹੇ ਹੋ, ਫਲਾਣੀ ਪਾਰਟੀ 'ਚ ਸ਼ਾਮਲ ਹੋ ਰਹੇ ਹੋ। ਵੇਖੋ ਜੀ, ਇਹ ਤੇ ਬਦਨਾਮ ਕੀਤਾ ਜਾਂਦਾ ਹੈ। ਮੈਨੂੰ ਇੱਕ ਸਬੂਤ ਦੱਸ ਦਿਓ, ਇੱਕ ਫੋਟੋ ਦੱਸ ਦਿਓ, ਤੁਸੀਂ ਪ੍ਰੈਸ ਦੇ ਵਿੱਚ ਹੋ, ਮੈਂ ਕਿੱਦਣ ਅਕਾਲੀ ਦਲ ਜੁਆਇਨ ਕੀਤੀ ਹੈ। ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰ ਰਹੇ ਹੋ, ਲੱਗਦਾ ਨਹੀਂ ਕਿਤੇ ਨਾ ਕਿਤੇ ਜਿੱਥੋਂ ਤੱਕ ਮੈਂ ਜਾਣਦਾ ਤੁਹਾਡੇ ਫਾਦਰ ਸਰਦਾਰ ਬਲਦੇਵ ਸਿੰਘ ਮਾਨ ਹੋਣਾ ਨੂੰ ਅੱਤਵਾਦ ਦੇ ਸਮੇਂ ਮਾਰਿਆ ਗਿਆ ਸੀ, ਖਾੜਕੂ ਸਿੰਘਾਂ ਦੇ ਵੱਲੋਂ ਮਾਰਿਆ ਗਿਆ ਸੀ, ਤਾਂ ਕੁਝ ਲੋਕ ਉਸ ਸਮੇਂ ਦੇ ਵੀ ਜੇਲ੍ਹਾਂ ਦੇ ਵਿੱਚ ਨੇ। ਕਿਵੇਂ ਵੇਖਦੇ ਹੋ? ਇੱਕ ਪਾਸੇ ਤੁਸੀਂ ਸਪੋਰਟ ਕਰ ਰਹੇ ਹੋ, ਇੱਕ ਪਾਸੇ ਪਰਿਵਾਰ ਵੀ ਤੁਹਾਡਾ ਉਸ ਸਮੇਂ ਦੇ ਸ਼ਿਕਾਰ ਹੋ ਚੁੱਕਾ। ਪਰਿਵਾਰ 'ਚ ਕੋਈ ਕਾਂਗਰਸੀ ਹੋ ਸਕਦਾ ਆ, ਕੋਈ ਅਕਾਲੀ ਦਲ ਹੋ ਸਕਦਾ ਆ, ਫਿਰ ਤੇ ਮੈਨੂੰ ਲੱਗਦਾ ਵੀ ਅੱਗੇ ਜਾ ਕੇ ਇਹ ਵੇਖਣਾ ਪਊਗਾ ਕਿਸੇ ਨੂੰ ਵੀ ਆਪਣੀ ਕੁੜੀ ਦੇ, ਅਸੀਂ ਕਾਂਗਰਸੀਆਂ ਤੇ ਆਪਣੀ ਕੁੜੀ ਦਾ ਵਿਆਹ ਵੀ ਅਸੀਂ ਕਾਂਗਰਸੀਆਂ 'ਚ ਹੀ ਕਰਾਂਗੇ, ਅਕਾਲੀਆਂ 'ਚ ਨਹੀਂ ਕਰਾਂਗੇ। ਜੇ ਉਹਦੀ ਲਵ ਮੈਰਿਜ ਹੋ ਰਹੀ ਹੈ ਤੇ ਉਹਨੂੰ ਵੀ ਬਈ ਤੂੰ ਅਕਾਲੀ ਦਲ ਵਾਲਾ ਨਾ ਪਸੰਦ ਕਰ ਬਈ। ਪਿੱਛੇ ਇੰਟਰਵਿਊਜ਼ ਵੀ ਦਿੱਤੀਆਂ ਸੀਗੀਆਂ ਸਾਡੇ ਪਿੰਡ ਸ਼ੀਨਿਆਂ ਤੋਂ ਵੀ, ਜਿਹੜੇ ਖਾੜਕੂ ਰਹੇ ਉਹਨਾਂ ਦੀਆਂ ਵਾਈਫਸ ਨੇ ਵੀ ਨਿਕਲ ਕੇ ਬਾਹਰ ਕਿ ਬਲਦੇਵ ਸਿੰਘ ਮਾਨ ਨੇ ਸਾਡੀ ਫੈਮਿਲੀ ਨੂੰ ਕਿੰਨਾ ਸਪੋਰਟ ਕੀਤਾ ਆ। ਸਾਡਾ ਕਦੀ ਵੈਰ ਖਾੜਕੂ ਸਿੰਘਾਂ ਦੇ ਨਾਲ ਰਿਹਾ ਆ, ਨਾ ਕਿਸੇ ਦੇ ਨਾਲ ਰਿਹਾ। ਉਹ ਤੇ ਹਮੇਸ਼ਾ ਤੋਂ ਇੱਜ਼ਤ ਮਾਨ ਕਰਦੇ ਸੀਗੇ, ਸਾਡੇ ਘਰ ਵੀ ਆਉਂਦੇ ਸੀਗੇ। ਵੇਖੋ, ਉਹਨਾਂ ਦਾ ਕਤਲ ਜਿਹੜਾ ਕੀਤਾ ਸੀਗਾ ਉਹ ਕੀਤਾ ਸੀਗਾ ਬਲੈਕੀਆਂ ਨੇ, ਜਿਨ੍ਹਾਂ ਨੂੰ ਇਹਨਾਂ ਨੇ ਬਾਅਦ ਦੇ ਵਿੱਚ ਖਾੜਕੂ ਸਿੰਘ ਵਿਖਾ ਦਿੱਤਾ ਗਿਆ ਸੀਗਾ ਔਰ ਜਿਹੜੇ ਕਿ ਏਜੰਸੀਆਂ ਵੱਲੋਂ ਭੇਜੇ ਗਏ ਸੀਗੇ। ਸਾਡਾ ਪਰਿਵਾਰ ਹੀ ਇੱਕ ਦੂਜੇ ਦਾ ਕਤਲ ਤਾਂ ਨਹੀਂ ਨਾ ਕਰਵਾ ਸਕਦਾ, ਸਕਾ ਸਾਂਢੂ ਦੂਜੇ ਸਾਂਢੂ ਨੂੰ ਤਾਂ ਨਹੀਂ ਨਾ ਮਾਰੂਗਾ। ਬਹੁਤ ਸਾਰੇ ਝੂਠੇ ਕਮੈਂਟ ਲਿਖ ਕੇ ਰੱਖ ਦਿੰਦੇ ਨੇ ਤੇ ਪਾ ਦਿੰਦੇ ਨੇ, ਐਵੇਂ ਹੀ ਏਜੰਸੀਆਂ ਕੰਮ ਕਰਦੀਆਂ ਨੇ, ਠੀਕ ਹੈ। ਔਰ ਚੰਗੇ ਬੰਦੇ ਨੂੰ ਇਹਨਾਂ ਨੇ ਉਵੇਂ ਨਹੀਂ ਰਹਿਣ ਦਿੱਤਾ। ਸੰਜਨੈਲ ਪਿੰਡਾਂ ਵਾਲਿਆਂ ਨੇ ਆਵਾਜ਼ ਚੁੱਕੀ ਸੀਗੀ ਪੰਜਾਬ ਵਾਸਤੇ, ਉਹਨਾਂ ਨੂੰ ਨਹੀਂ ਰਹਿਣ ਦਿੱਤਾ। ਮੇਰਾ ਰਾਜਸਥਾਨੀ ਹਲਕੇ ਤੋਂ ਮੈਨੂੰ ਆਫਰ ਹੋਈ ਸੀਗੀ ਆਮ ਆਦਮੀ ਦੀ ਟਿਕਟ ਔਰ ਮੋਹਾਲੀ ਤੋਂ ਵੀ ਹੋਈ ਸੀਗੀ ਔਰ ਬਟ ਮੈਂ ਨਹੀਂ ਲੜੀ। ਕਿਸਾਨੀ ਅੰਦੋਲਨ ਜਿੱਤਣ ਤੋਂ ਬਾਅਦ ਚੰਡੀਗੜ੍ਹ ਵਿਖੇ ਚੱਲ ਰਹੇ ਬੰਦੀ ਸਿੰਘਾਂ ਦੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਵਾਸਤੇ ਅਦਾਕਾਰ ਸੋਨੀਆ ਮਾਨ ਵੱਲੋਂ ਸਪੋਰਟ ਕਰਨ ਦਾ ਵੱਡਾ ਐਲਾਨ ਕਰ ਦਿੱਤਾ ਗਿਆ ਹੈ। ਸੋਨੀਆ ਮਾਨ ਸਾਡੇ ਨਾਲ ਨਹੀਂ ਗੱਲਬਾਤ ਕਰਾਂਗੇ। ਮੈਡਮ, ਕੀ ਸਪੋਰਟ ਕਰ ਰਹੇ ਇਸ ਵੇਲੇ ਬੰਦੀ ਸਿੰਘਾਂ ਦੀ ਰਿਹਾਈ ਲਈ ਜਿਹੜਾ ਚੰਡੀਗੜ੍ਹ 'ਚ ਮੋਰਚਾ ਚੱਲ ਰਿਹਾ ਜੀ? ਵੇਖੋ ਜੀ, ਮੇਜਰ ਜਨਰਲ ਸ਼ਬੇਗ ਸਿੰਘ ਔਰ ਮੇਰੇ ਮਾਸਟਰ ਜੀ ਸਰਦਾਰ ਬਿਆਨ ਸਿੰਘ, ਉਹਨਾਂ ਦੇ ਛੋਟੇ ਭਰਾ, ਅਸੀਂ ਉਹਨਾਂ ਵੱਲੋਂ ਕਾਫਲਾ ਜਾਊਗਾ, ਸਾਡਾ ਸਮਰਥਨ ਆ, ਸਾਡੀ ਫੈਮਿਲੀ ਵੱਲੋਂ ਹੀ 3 ਤਰੀਕ ਨੂੰ ਗੋਲਡਨ ਗੇਟ ਤੋਂ ਇਹ ਕਾਫਲਾ ਸ਼ੁਰੂ ਹੋਊਗਾ ਔਰ ਮੋਹਾਲੀ ਅੰਬ ਸਾਹਿਬ ਗੁਰਦੁਆਰੇ ਪਹੁੰਚੂਗਾ ਔਰ ਅਸੀਂ ਅਪੀਲ ਕਰਦੇ ਹਾਂ ਕਿ ਸਾਰਿਆਂ ਨੂੰ ਇਸ ਕਾਫਲੇ ਦੇ ਵਿੱਚ ਜੁੜਨਾ ਚਾਹੀਦਾ ਹੈ ਔਰ ਇਨਫੈਕਟ ਮੋਹਾਲੀ ਧਰਨੇ ਤੇ ਜਾਣਾ ਚਾਹੀਦਾ ਹੈ, ਕਿਉਂਕਿ ਇਨਹਿਊਮਨ ਐਕਟੀਵਿਟੀ ਆ। ਜਦੋਂ ਕਿਸੇ ਦੀ ਸਜ਼ਾ ਪੂਰੀ ਹੋ ਜਾਂਦੀ ਆ ਉਹਨਾਂ ਨੂੰ ਛੱਡਣਾ ਚਾਹੀਦਾ। ਇੱਕ ਤਰਫ ਅਸੀਂ ਦੇਖਦੇ ਹਾਂ ਸਰਸੇ ਦਾ ਸਾਧ ਆ, ਉਹਨੇ ਰੇਪ ਕੀਤਾ, ਉਹਨੂੰ ਪਰੋਲ ਤੇ ਛੱਡਿਆ ਜਾਂਦਾ ਹੈ ਔਰ ਉਹ ਆਪਣੇ ਸਤਸੰਗ ਵੀ ਕਰਦਾ ਹੈ ਬਾਹਰ ਆ ਕੇ ਔਰ ਆਪਣੀਆਂ ਵੋਟਾਂ ਦਾ ਮੈਸੇਜ ਦਿੰਦਾ ਹੈ ਔਰ ਉੱਥੇ ਕਿਤੇ ਨਾ ਕਿਤੇ ਸੈਂਟਰ ਨੂੰ ਉਹਦਾ ਪ੍ਰੋਫਿਟ ਹੁੰਦਾ ਆ। ਸੋ ਇਹ ਇੱਕ ਆਪਣੀਆਂ ਗੱਠ ਜੋੜ ਮੀਟਿੰਗਾਂ ਕਰਦੇ ਰਹਿੰਦੇ ਨੇ ਆਪਸ ਦੇ ਵਿੱਚ, ਜਿਹਦੇ ਨਾਲ ਇਹਨਾਂ ਨੂੰ ਪ੍ਰੋਫਿਟ ਦਿਖਦਾ ਹੈ। ਜਿਹੜੇ ਇਹਨਾਂ ਦੇ ਅਕੋਰਡਿੰਗਲੀ ਢਲ ਜਾਂਦੇ ਨੇ ਉਹਨਾਂ ਨੂੰ ਇਹ ਛੱਡ ਦਿੰਦੇ ਨੇ। ਜਿਵੇਂ ਅਸੀਂ ਬਿਲਕਿਸ ਬਾਨੂ ਦਾ ਦੇਖਿਆ, ਉਹਦੇ ਰੇਪਿਸਟ ਨੂੰ ਇਹਨਾਂ ਨੇ ਛੱਡ ਦਿੱਤਾ ਔਰ ਵੇਖੋ ਕਿੱਡੀ, ਔਰ ਉਹਨਾਂ ਨੂੰ ਸਰੋਪਿਆਂ ਦੇ ਨਾਲ ਨਵਾਜ਼ਿਆ ਗਿਆ। ਉਹ ਕਿੱਡੀ ਸ਼ਰਮਨਾਕ ਗੱਲ ਹੈ ਕਿ ਸਾਡੇ ਇੰਡੀਆ ਦੇ ਵਿੱਚ ਇਸ ਤਰੀਕੇ ਦੀਆਂ ਬਦਸਲੂਕੀਆਂ ਹੋ ਰਹੀਆਂ ਨੇ ਔਰ ਪਿੱਛੇ ਜੇ ਸਾਡੇ ਪੰਜਾਬ ਦੀ ਝਾਕੀ ਵੀ ਨਹੀਂ ਕੱਢੀ ਗਈ। ਇਹ ਵੀ ਇੱਕ ਡਿਕਟੇਟਰਸ਼ਿਪ ਦਾ ਮਤਲਬ ਦਰਸਾਉਂਦਾ ਹੈ, ਕਿਉਂਕਿ ਵੇਖੋ ਡੈਮੋਕ੍ਰੇਟਿਕ ਕੰਟਰੀ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ। ਪੰਜਾਬ ਦੇ ਸਿੱਖਾਂ ਦੇ ਨਾਲ ਕਿਉਂ ਵਿਤਕਰਾ ਕੀਤਾ ਜਾ ਰਿਹਾ ਮਤਈ ਵਾਲਾ ਕੇਂਦਰ ਸਰਕਾਰ ਦੇ ਵੱਲੋਂ? ਵੇਖੋ, ਕਿਤੇ ਨਾ ਕਿਤੇ ਕਈ ਲੋਕੀ ਇਹੋ ਜਿਹੇ ਨੇ ਜਿਹੜੇ ਕਿ ਆਪਣੀਆਂ ਕੁਰਸੀਆਂ ਤੇ ਬੈਠੇ ਨੇ ਤੇ ਉਹਨਾਂ ਨੂੰ ਆਪਣੀਆਂ ਕੁਰਸੀਆਂ ਖੋਹਣ ਦਾ ਡਰ ਹੈ ਔਰ ਕਈ ਲੋਕਾਂ ਨੂੰ ਮਤਲਬ ਜਿਨ੍ਹਾਂ ਦੇ ਫੰਡ ਇਕੱਠੇ ਹੋ ਰਹੇ ਨੇ ਉਹਨਾਂ ਨੂੰ ਆਪਣੇ ਫੰਡ ਖੋਹਣ ਦਾ ਡਰ ਹੈ। ਕਿਤੇ ਨਾ ਕਿਤੇ ਇਨਸਿਕਿਉਰਿਟੀਜ਼ ਬੈਠੀਆਂ ਨੇ ਦਿਮਾਗ ਦੇ ਵਿੱਚ ਪੰਜਾਬ ਦੀ ਸਿਆਸਤ ਦੇ ਵਿੱਚ, ਜਦ ਕਿ ਇਹ ਲੋਕੀ ਇਹ ਨਹੀਂ ਸੋਚ ਰਹੇ ਵੀ ਜਿਹੜੇ ਇਨਸਾਨ ਦੀ ਸਜ਼ਾ ਪੂਰੀ ਹੋ ਗਈ ਹੈ ਉਹਨਾਂ ਦਾ ਵੀ ਪੂਰਾ ਹੱਕ ਹੈ ਕਿ ਉਹ ਆਪਣੇ ਪਰਿਵਾਰ ਦੇ ਨਾਲ ਆ ਕੇ ਆਪਣਾ ਟਾਈਮ ਸਪੈਂਡ ਕਰਨ। ਜ਼ਰੂਰੀ ਨਹੀਂ ਹੈ ਵੀ ਕਿਸੇ ਨੇ ਆ ਕੇ ਇੱਥੇ ਸਿਆਸਤ ਦੇ ਵਿੱਚ ਹੀ ਐਕਟਿਵ ਹੋਣਾ, ਕੋਈ ਆਪਣਾ ਗੁਰੂ ਦੇ ਲੜ ਵੀ ਲੱਗ ਸਕਦਾ ਹੈ। ਇਹ ਤੇ ਲੋਕਾਂ ਦੀਆਂ ਕਹਿਣ ਦੀਆਂ ਗੱਲਾਂ ਨੇ ਵੀ ਉਹਨਾਂ ਨੂੰ ਜਥੇਦਾਰ ਐਲਾਨ ਕੀਤਾ ਗਿਆ ਜਾਂ ਕੋਈ ਵੀ ਆ, ਕਿਸੇ ਦੀ ਆਪਣੀ ਮਰਜ਼ੀ ਹੈ, ਉਹ ਕੀ ਕਰ ਸਕਦਾ ਹੈ, ਕਿਉਂਕਿ ਆਪਾਂ ਫਰੀडम ਆਫ ਸਪੀਚ ਹੈ ਸਾਡੀ ਜਦੋਂ ਸਜ਼ਾ ਹੀ ਪੂਰੀ ਹੋ ਗਈ ਆਪਾਂ ਕੁਝ ਵੀ ਕਰ ਸਕਦੇ ਹਾਂ। ਬਟ ਜਦੋਂ ਗੱਲ ਆਉਂਦੀ ਹੈ ਉਹਨਾਂ ਦੀ ਰਿਹਾਈ ਤੇ, ਉਦੋਂ ਹਰ ਇੱਕ ਦੇ ਮੂੰਹ ਦੇ ਉੱਤੇ ਚੁੱਪੀ ਆ ਜਾਂਦੀ ਹੈ ਔਰ ਪੈਨ ਰੁਕ ਜਾਂਦੇ ਨੇ। ਵੇਖੋ, ਗੱਲ ਕੀਤੀ ਜਾਂਦੀ ਹੈ ਕਿ ਸਜ਼ਾ ਸੁਣਾਉਣ ਵਾਲੇ ਕੌਣ ਸੀਗੇ? ਸਜ਼ਾ ਸੁਣਾਉਣ ਵਾਲੇ ਸੀਗੇ ਕੋਰਟ ਦੇ ਵਿੱਚ ਜੱਜਸ,
ਤੇ ਕੋਰਟ ਤੋਂ ਉੱਤੇ ਮੈਨੂੰ ਲੱਗਦਾ ਨਹੀਂ ਕੋਈ ਵੀ ਹੁੰਦਾ ਆ, ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਉੱਤੇ ਕੋਈ ਨਹੀਂ ਹੁੰਦਾ। ਸੋ ਸਜ਼ਾ ਜਦੋਂ ਪੂਰੀ ਹੋ ਜਾਂਦੀ ਹੈ ਉਸ ਤੋਂ ਬਾਅਦ ਰਿਹਾਈ ਦੇਣ ਵਾਲੇ ਵੀ ਕੋਰਟ ਦੇ ਆਰਡਰ ਹੀ ਹੁੰਦੇ ਆ। ਸੋ ਸਾਡੀ ਰਿਕੁਐਸਟ ਜਿਹੜੀ ਹੈ ਉਹ ਸਾਨੂੰ ਸਾਰਿਆਂ ਨੂੰ ਮਿਲ ਕੇ ਕੋਰਟ ਨੂੰ ਰਿਕੁਐਸਟ ਕਰਨੀ ਚਾਹੀਦੀ ਹੈ ਕਿ ਸਾਡੇ ਜਿਹੜੇ ਇੰਡੀਆ ਦਾ ਲਾਅ ਐਂਡ ਆਰਡਰ ਹੈ ਉਹ ਕਿੱਥੇ ਜਾ ਰਿਹਾ ਹੈ। ਸਾਡੇ ਇੰਡੀਆ ਦੇ ਲਾਅ ਐਂਡ ਆਰਡਰ ਨੂੰ ਸਾਡਾ ਖੁਦ ਦਾ ਵਿਸ਼ਵਾਸ ਉੱਠ ਜੂਗਾ ਇਸ ਚੀਜ਼ ਤੋਂ ਕਿ ਜਿਹੜੇ ਬੰਦੇ ਨੂੰ ਤੁਸੀਂ ਸਜ਼ਾ ਦਿੱਤੀ ਹੈ ਉਸ ਤੋਂ ਬਾਅਦ ਤੁਸੀਂ ਉਹਨੂੰ ਛੱਡ ਨਹੀਂ ਰਹੇ, ਫਿਰ ਤਾਂ ਕੋਈ ਵੀ ਲਾਅ ਐਂਡ ਆਰਡਰ ਨਹੀਂ ਮੰਨੂਗਾ, ਕਹੂਗਾ ਵੀ ਅਸੀਂ ਤਾਂ ਸਜ਼ਾ ਵੀ ਭੁਗਤ ਲਈ, ਸਾਨੂੰ ਤੇ ਛੱਡ ਵੀ ਨਹੀਂ ਰਹੇ, ਬਾਕੀਆਂ ਨੂੰ ਛੱਡੀ ਵੀ ਜਾ ਰਹੇ ਹੈ। ਤੇ ਇਹ ਕੋਈ ਲਾਅ ਐਂਡ ਆਰਡਰ ਫਿਰ ਕੋਰਟ ਦੇ ਅਕੋਰਡਿੰਗਲੀ ਚੱਲਦਾ ਹੈ ਕਿ ਇਹ ਕਿਸੇ ਪੋਲੀਟੀਸ਼ੀਅਨਸ ਦੇ ਅਕੋਰਡਿੰਗਲੀ ਚੱਲਦਾ ਹੈ। ਅੱਜ ਤੋਂ ਕਿਸਾਨੀ ਅੰਦੋਲਨ ਚੱਲ ਰਿਹਾ ਸੀ, ਉਹਦੇ ਬਹੁਤ ਸਾਰੇ ਆਰਟਿਸਟ ਨੇ, ਕਲਾਕਾਰਾਂ ਨੇ ਕਿਸਾਨੀ ਅੰਦੋਲਨ ਦੀ ਸਪੋਰਟ ਕੀਤੀ। ਤਾਂ ਜਿਵੇਂ ਹੁਣ ਚੰਡੀਗੜ੍ਹ ਦੇ ਵਿੱਚ ਸੰਘਰਸ਼ ਚੱਲ ਰਿਹਾ ਤਾਂ ਤੁਸੀਂ ਇਕੱਲਿਆਂ ਨੇ ਐਲਾਨ ਕੀਤਾ ਹੈ, ਕੀ ਲੱਗਦਾ ਹੈ ਕਿਤੇ ਬਾਕੀ ਸਿੰਗਰ ਜਿਹੜੇ ਉਹ ਵਿਰੋਧ ਤੋਂ ਡਰਦੇ ਨੇ? ਵੇਖੋ ਜੀ, ਵਿਰੋਧ ਤੁਹਾਡਾ ਵੀ ਹੋ ਚੁੱਕਾ ਹੈ, ਵਿਰੋਧ ਇਹ ਵੀ ਚਰਚੇ ਚੱਲ ਚੁੱਕੇ ਨੇ, ਤੁਸੀਂ ਅਕਾਲੀ ਦਲ 'ਚ ਸ਼ਾਮਲ ਹੋ ਰਹੇ ਹੋ, ਫਲਾਣੀ ਪਾਰਟੀ 'ਚ ਸ਼ਾਮਲ ਹੋ ਰਹੇ ਹੋ। ਵੇਖੋ ਜੀ, ਇਹ ਤੇ ਬਦਨਾਮ ਕੀਤਾ ਜਾਂਦਾ ਹੈ। ਮੈਨੂੰ ਇੱਕ ਸਬੂਤ ਦੱਸ ਦਿਓ, ਇੱਕ ਫੋਟੋ ਦੱਸ ਦਿਓ, ਤੁਸੀਂ ਪ੍ਰੈਸ ਦੇ ਵਿੱਚ ਹੋ, ਮੈਂ ਕਿੱਦਣ ਅਕਾਲੀ ਦਲ ਜੁਆਇਨ ਕੀਤੀ ਹੈ ਜਾਂ ਮੈਂ ਕਿੱਦਣ ਕੋਈ ਪਾਰਟੀ ਜੁਆਇਨ ਕੀਤੀ ਹੈ। ਔਰ ਜੇ ਮੈਂ ਜੁਆਇਨ ਕਰੂੰਗੀ ਵੀ, ਪ੍ਰੈਸ ਮੀਡੀਆ ਦੇ ਸਾਹਮਣੇ ਗੱਲ ਕਰੂੰਗੀ, ਅੱਜ ਅਸੀਂ ਉੱਥੇ ਜਾ ਰਹੇ ਹਾਂ ਤੇ ਦੱਸੂਗੀ ਨਾ ਤੁਹਾਨੂੰ ਕਿ ਮੈਂ ਅਕਾਲੀ ਦਲ ਜੁਆਇਨ ਕਰ ਰਹੀ ਹਾਂ ਜਾਂ ਮੈਂ ਆਮ ਆਦਮੀ ਪਾਰਟੀ ਜੁਆਇਨ ਕਰ ਰਹੀ ਹਾਂ। ਇਹ ਤੇ ਕਿਸੇ ਬੰਦੇ ਨੂੰ ਬਦਨਾਮ ਕਰਨ ਦੀਆਂ ਗੱਲਾਂ ਹੁੰਦੀਆਂ ਨੇ ਵੀ ਆਹ ਪਾਰਟੀ ਜੁਆਇਨ ਕੀਤੀ ਆ, ਉਹ ਪਾਰਟੀ ਜੁਆਇਨ ਕੀਤੀ ਆ। ਮੈਂ ਫਿਲਹਾਲ ਕੋਈ ਪਾਰਟੀ ਨਹੀਂ ਜੁਆਇਨ ਕੀਤੀ ਹੋਈ। ਮੈਂ ਆਰਟਿਸਟ ਹਾਂ, ਮੈਂ ਸੋਸ਼ਲ ਐਕਟਿਵਿਸਟ ਹਾਂ, ਔਰ ਜਿੱਥੇ ਮੈਨੂੰ ਲੱਗਦਾ ਹੈ ਵੀ ਜਿਹੜੀ ਗੱਲ ਇਨਹਿਊਮਨ ਐਕਟੀਵਿਟੀ ਆ ਉਹਦੇ ਵਾਸਤੇ ਮੈਂ ਆਪਣੀ ਆਵਾਜ਼ ਜ਼ਰੂਰ ਰੱਖਦੀ ਹਾਂ। ਜੇ ਗੱਲ ਕਰੀਏ, ਤੁਸੀਂ ਇੱਕ ਕਾਮਰੇਡ ਪਰਿਵਾਰ ਤੋਂ ਬਿਲੋਂਗ ਕਰਦੇ ਹੋ, ਲੱਗਦਾ ਨਹੀਂ ਚੰਡੀਗੜ੍ਹ ਪਹੁੰਚੋਗੇ ਉੱਥੇ ਤੁਹਾਡਾ ਵਿਰੋਧ ਵੀ ਹੋ ਸਕਦਾ, ਉੱਥੇ ਧਾਮੀ ਸਾਹਿਬ ਦਾ ਵਿਰੋਧ ਵੀ ਹੋ ਗਿਆ। ਵੇਖੋ ਜੀ, ਮੈਂ ਕਾਮਰੇਡ ਪਰਿਵਾਰ ਦੇ ਨਾਲ ਬਿਲੋਂਗ ਕਰਦੇ ਹੋਏ ਇੱਕ ਸਿੱਖ ਪੱਖੀ ਪਰਿਵਾਰ ਦੇ ਨਾਲ ਵੀ ਬਿਲੋਂਗ ਕਰਦੀ ਹਾਂ, ਕਿਉਂਕਿ ਕਾਮਰੇਡ ਇੱਕ ਵਿਚਾਰਧਾਰਾ ਆ। ਆਫਟਰ ਆਲ ਮੈਂ ਸਿੱਖ ਪਰਿਵਾਰ ਨੂੰ ਬਿਲੋਂਗ ਕਰਦੀ ਹਾਂ, ਮੈਂ ਸਿੱਖ ਹਾਂ। ਮੇਰੇ ਪਾਪਾ ਦੇ ਸਕੇ ਸਾਂਢੂ ਮੇਜਰ ਜਨਰਲ ਸ਼ਬੇਕ ਸਿੰਘ ਸੀਗੇ। ਦੋਵੇਂ ਭੈਣਾਂ ਸਕੀਆਂ ਇੱਕੋ ਇਲਾਕੇ ਦੇ ਵਿੱਚ ਵਿਆਹੀਆਂ ਨੇ, ਰਾਜਸਥਾਨੀ ਹਲਕੇ 'ਚ, ਇੱਕ ਭਕਨੇ ਇੱਕ ਬੱਗਾ ਕਲਾਂ। ਤੁਸੀਂ ਇਹ ਸੋਚੋ ਵੀ ਸਾਡੇ ਪਰਿਵਾਰ ਦੇ ਵਿੱਚ ਹੀ ਸਾਰੇ ਸਿੱਖ ਹੈ। ਮੇਰੀ ਦਾਦੀ ਜੀ ਅੰਮ੍ਰਿਤ ਛਕਿਆ, ਮੇਰੇ ਗ੍ਰੈਂਡਫਾਦਰ ਨੇ, ਸਾਰਿਆਂ ਨੇ। ਵਿਚਾਰਧਾਰਾ ਤੇ ਕਿਸੇ ਦੀ ਵੀ ਕੋਈ ਵੀ ਹੋ ਸਕਦੀ ਹੈ। ਇੱਕ ਪਰਿਵਾਰ 'ਚ ਕੋਈ ਕਾਂਗਰਸੀ ਹੋ ਸਕਦਾ ਆ, ਕੋਈ ਅਕਾਲੀ ਦਲ ਹੋ ਸਕਦਾ ਆ। ਫਿਰ ਤੇ ਮੈਨੂੰ ਲੱਗਦਾ ਵੀ ਅੱਗੇ ਜਾ ਕੇ ਇਹ ਵੇਖਣਾ ਪਊਗਾ ਕਿਸੇ ਨੂੰ ਵੀ ਆਪਣੀ ਕੁੜੀ ਦੇ, ਅਸੀਂ ਕਾਂਗਰਸੀ ਹਾਂ ਤੇ ਆਪਣੀ ਕੁੜੀ ਦਾ ਵਿਆਹ ਵੀ ਅਸੀਂ ਕਾਂਗਰਸੀਆਂ 'ਚ ਹੀ ਕਰਾਂਗੇ, ਅਕਾਲੀਆਂ 'ਚ ਨਹੀਂ ਕਰਾਂਗੇ। ਜੇ ਉਹਦੀ ਲਵ ਮੈਰਿਜ ਹੋ ਰਹੀ ਹੈ ਤੇ ਉਹਨੂੰ ਵੀ ਬਈ ਤੂੰ ਅਕਾਲੀ ਦਲ ਵਾਲਾ ਨਾ ਪਸੰਦ ਕਰ ਬਈ। ਇਹ ਤੇ ਇੱਕ ਬਹੁਤ ਹੀ ਸਟੂਪਿਡ ਟਾਕ ਆ, ਮੈਂ ਕਹਿ ਸਕਦੀ ਹਾਂ, ਬਿਕਾਜ਼ ਇਹ ਇੱਕ ਏਜੰਸੀਆਂ ਵੱਲੋਂ ਇੱਕ ਗੱਲਾਂ ਕੀਤੀਆਂ ਜਾਂਦੀਆਂ ਨੇ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਤੇ, ਉਹਦੇ ਉੱਤੇ ਅਸੀਂ ਉਹਦੇ ਭਰਮਾਨ ਦੇ ਵਿੱਚ ਆ ਜਾਂਦੇ ਹਾਂ, ਕਿਉਂਕਿ ਅਸੀਂ ਡੀਪ ਸਟੱਡੀ ਨਹੀਂ ਕਰਦੇ ਕਿਤੇ ਨਾ ਕਿਤੇ, ਸਾਨੂੰ ਡੀਪ ਨੌਲੇਜ ਨਹੀਂ ਹੈਗੀ, ਜਾਂ ਫਿਰ ਮੇਰੇ ਬਾਰੇ ਕੋਈ ਜਾਣਦਾ ਨਹੀਂ, ਜਾਂ ਮੇਰੇ ਪਿਛੋਕੜ ਬਾਰੇ ਕੋਈ ਨਹੀਂ ਜਾਣਦਾ, ਜਾਂ ਮੇਰੀ ਫੈਮਿਲੀ ਬਾਰੇ ਕੋਈ ਨਹੀਂ ਜਾਣਦਾ। ਜੇ ਮੇਰਾ ਪਿਛੋਕੜ ਜਾਣਨਾ ਹੈ ਜਾਂ ਮੇਰੀ ਫੈਮਿਲੀ ਜਾਣਨਾ, ਪਹਿਲਾਂ ਮੇਰੇ ਬਾਰੇ ਜਾਣੋ ਤੇ ਫਿਰ ਉਹਦੇ ਬਾਰੇ ਗੱਲ ਕਰੋ। ਤੁਸੀਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰ ਰਹੇ ਹੋ, ਲੱਗਦਾ ਨਹੀਂ ਕਿਤੇ ਨਾ ਕਿਤੇ, ਜਿੱਥੋਂ ਤੱਕ ਮੈਂ ਜਾਣਦਾ ਤੁਹਾਡੇ ਫਾਦਰ ਸਰਦਾਰ ਬਲਦੇਵ ਸਿੰਘ ਮਾਨ ਉਹਨਾਂ ਨੂੰ ਅੱਤਵਾਦ ਦੇ ਸਮੇਂ ਮਾਰਿਆ ਗਿਆ ਸੀ, ਖਾੜਕੂ ਸਿੰਘਾਂ ਦੇ ਵੱਲੋਂ ਮਾਰਿਆ ਗਿਆ ਸੀ। ਤਾਂ ਕੁਝ ਲੋਕ ਉਸ ਸਮੇਂ ਦੇ ਵੀ ਜੇਲ੍ਹਾਂ ਦੇ ਵਿੱਚ ਨੇ, ਕਿਵੇਂ ਵੇਖਦੇ ਹੋ? ਇੱਕ ਪਾਸੇ ਤੁਸੀਂ ਸਪੋਰਟ ਕਰ ਰਹੇ ਹੋ, ਇੱਕ ਪਾਸੇ ਪਰਿਵਾਰ ਵੀ ਤੁਹਾਡਾ ਉਸ ਸਮੇਂ ਦੇ ਸ਼ਿਕਾਰ ਹੋ ਚੁੱਕਾ। ਵੇਖੋ ਜੀ, ਮੇਰੇ ਫਾਦਰ ਸਾਹਿਬ ਨੂੰ ਗੋਲੀਆਂ ਜਿਹੜੀਆਂ ਮਾਰੀਆਂ ਗਈਆਂ ਸੀਗੀਆਂ, ਉਸ ਟਾਈਮ ਦੇ ਜਿਹੜੇ ਸੀਗੇ ਕਿਹਨੂੰ ਕਹਿੰਦੇ ਆ, ਗੈਂਗਸਟਰਸ ਤੁਸੀਂ ਕਹਿ ਸਕਦੇ ਹੋ, ਜਿਹੜੇ ਕਿ ਡਰੱਗ ਮਾਫੀਆ ਕਰਦੇ ਸੀਗੇ, ਠੀਕ ਹੈ। ਔਰ ਮੇਰੇ ਫਾਦਰ ਸਾਹਿਬ ਦੀ ਜਥੇਬੰਦੀ ਜਿਹੜੀ ਕੀਰਤੀ ਕਿਸਾਨ ਯੂਨੀਅਨ ਨੇ ਵੀ ਇਸ ਟਾਈਮ ਤੇ ਸਮਰਥਨ ਦਿੱਤਾ ਹੈ ਉੱਥੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ। ਵੇਖੋ, ਕੀਰਤੀ ਕਿਸਾਨ ਯੂਨੀਅਨ ਦੇ ਪ੍ਰੈਜ਼ੀਡੈਂਟ ਸੀਗੇ ਉੱਥੇ। ਉਹ ਸਾਡੇ ਉਸ ਇਲਾਕੇ ਦੇ ਵਿੱਚ ਕੋਈ ਕਿਸੇ ਨੂੰ ਰਿਸ਼ਵਤ ਨਹੀਂ ਦੇ ਸਕਦਾ ਸੀਗਾ, ਕੋਈ ਕਿਸੇ ਦੇ ਬਾਰੇ ਗਲਤ, ਸਾਡੇ ਪਿੰਡ ਦੇ ਵਿੱਚ ਪੁਲਿਸ ਨਹੀਂ ਵੜ ਸਕਦੀ ਸੀਗੀ ਜਦੋਂ ਮੇਰੇ ਫਾਦਰ ਸੀਗੇ, ਕਿਉਂਕਿ ਪਿੰਡ ਦੇ ਸਰਪੰਚ ਵੀ ਸੀਗੇ ਔਰ ਉੱਥੇ ਐਮਐਲਏ ਦੀ ਇਲੈਕਸ਼ਨ ਵੀ ਲੜਦੇ ਸੀਗੇ। ਮੇਰੇ ਫਾਦਰ ਹਮੇਸ਼ਾ ਤੋਂ ਹੀ ਅਗੇਨ ਸੀਗੇ ਇਹ ਸਾਰੇ ਗੈਰ ਕਾਨੂੰਨੀ ਐਕਟੀਵਿਟੀਜ਼ ਤੋਂ, ਕਿਉਂਕਿ ਸਾਡਾ ਪਿੰਡ ਬਾਰਡਰ ਲਾਗੇ ਪੈਂਦਾ ਆ, ਉੱਥੇ ਬਹੁਤ ਜ਼ਿਆਦਾ ਡਰੱਗ ਦਾ ਸਿਸਟਮ, ਬਲੈਕੀਏ ਵੀ ਸੀਗੇ ਕਾਫੀ ਸਾਰੇ। ਇਹ ਤੇ ਇੱਕ ਨਾਮ ਜੋੜਨ ਦੀ ਗੱਲ ਕੀਤੀ ਗਈ ਹੈ। ਪਿੱਛੇ ਇੰਟਰਵਿਊਜ਼ ਵੀ ਦਿੱਤੀਆਂ ਸੀਗੀਆਂ ਸਾਡੇ ਪਿੰਡ ਸ਼ੀਨਿਆਂ ਤੋਂ ਵੀ, ਜਿਹੜੇ ਖਾੜਕੂ ਰਹੇ ਉਹਨਾਂ ਦੀਆਂ ਵਾਈਫਸ ਨੇ ਵੀ ਨਿਕਲ ਕੇ ਬਾਹਰ, ਕਿ ਬਲਦੇਵ ਸਿੰਘ ਮਾਨ ਨੇ ਸਾਡੀ ਫੈਮਿਲੀ ਨੂੰ ਕਿੰਨਾ ਸਪੋਰਟ ਕੀਤਾ ਆ। ਸਾਡਾ ਕਦੀ ਵੈਰ ਖਾੜਕੂ ਸਿੰਘਾਂ ਦੇ ਨਾਲ ਰਿਹਾ ਆ, ਨਾ ਕਿਸੇ ਦੇ ਨਾਲ ਰਿਹਾ। ਉਹ ਤੇ ਹਮੇਸ਼ਾ ਤੋਂ ਇੱਜ਼ਤ ਮਾਨ ਕਰਦੇ ਸੀਗੇ, ਸਾਡੇ ਘਰ ਵੀ ਆਉਂਦੇ ਸੀਗੇ, ਕਿਉਂਕਿ ਸਾਡਾ ਪਰਿਵਾਰ ਹੀ ਇੱਕ ਹੈ। ਤੁਸੀਂ ਜਾਣ ਸਕਦੇ ਹੋ ਮੇਜਰ ਜਨਰਲ ਸ਼ਬੇਕ ਸਿੰਘ ਨਾਲ। ਇਹ ਤੇ ਲੋਕਾਂ ਨੂੰ ਵਿਸਥਾਰ ਰੂਪੀ ਪਤਾ ਨਹੀਂ ਹੈ ਸਾਡੇ ਪਰਿਵਾਰ ਬਾਰੇ, ਤੇ ਇਸ ਕਰਕੇ ਜਿਹੜੀਆਂ ਸੁਣੀਆਂ ਸੁਣਾਈਆਂ ਗੱਲਾਂ ਏਜੰਸੀਆਂ ਵੱਲੋਂ ਇੱਧਰੋਂ ਉੱਧਰ ਫਰਮਾ ਕੇ ਉਹ ਗੱਲਾਂ ਕਰ ਦਿੰਦੇ ਨੇ। ਹੁਣ ਬਹੁਤ ਸਾਰੇ ਲੋਕਾਂ ਨੂੰ ਪਤਾ ਲੱਗੀਆਂ ਨੇ ਇਹ ਗੱਲਾਂ, ਤੇ ਉਹ ਮਤਲਬ ਇੰਟਰਵਿਊਜ਼ ਦੇਖਦੇ ਨੇ, ਪਿੰਡ ਜਾ ਕੇ ਆਏ ਨੇ, ਤੇ ਫਿਰ ਉਹਨਾਂ ਨੂੰ ਪਤਾ ਲੱਗਦਾ ਆ ਅਸਲ ਦੇ ਵਿੱਚ। ਬਾਕੀ ਤੇ ਇਹ ਜਿਹੜੇ ਏਜੰਸੀਆਂ ਵੱਲੋਂ
ਕਤਲ ਕਰਵਾਏ ਗਏ ਸੀਗੇ, ਝੂਠੇ ਖਾੜਕੂ ਬਣਾਏ ਗਏ ਸੀਗੇ ਉਹਨਾਂ ਨੂੰ ਬਦਨਾਮ ਕਰਨ ਵਾਸਤੇ। ਕਈ ਜਿਹੜੇ ਤੁਹਾਡਾ ਕਹਿਣ ਦਾ ਮਤਲਬ ਕਿ ਸਰਦਾਰ ਬਲਦੇਵ ਸਿੰਘ ਮਾਨ ਹੋਣਾ ਦਾ ਜਿਹੜਾ ਕਤਲ ਕੀਤਾ ਉਹ ਖਾੜਕੂ ਸਿੰਘਾਂ ਨੇ ਝੂਠੇ ਬੰਦਿਆਂ ਨੇ ਕੀਤਾ। ਵੇਖੋ ਉਹਨਾਂ ਦਾ ਕਤਲ ਜਿਹੜਾ ਕੀਤਾ ਸੀਗਾ ਉਹ ਕੀਤਾ ਸੀਗਾ ਬਲੈਕੀਆਂ ਨੇ, ਜਿਨ੍ਹਾਂ ਨੂੰ ਇਹਨਾਂ ਨੇ ਬਾਅਦ ਦੇ ਵਿੱਚ ਖਾੜਕੂ ਸਿੰਘ ਵਿਖਾ ਦਿੱਤਾ ਗਿਆ ਸੀਗਾ, ਔਰ ਜਿਹੜੇ ਕਿ ਏਜੰਸੀਆਂ ਵੱਲੋਂ ਭੇਜੇ ਗਏ ਸੀਗੇ। ਸਾਡਾ ਪਰਿਵਾਰ ਹੀ ਇੱਕ ਦੂਜੇ ਦਾ ਕਤਲ ਤਾਂ ਨਹੀਂ ਨਾ ਕਰਵਾ ਸਕਦਾ, ਸਕਾ ਸਾਂਢੂ ਦੂਜੇ ਸਾਂਢੂ ਨੂੰ ਤਾਂ ਨਹੀਂ ਨਾ ਮਾਰੂਗਾ। ਸੋ ਇਹ ਜਿਹੜੀਆਂ ਗੱਲਾਂ ਹੈ ਨਾ ਬਹੁਤ ਡੀਪ ਨੇ, ਇਹ ਲੋਕੀ ਕਹਿਣ ਵਾਲੇ ਕਹਿ ਦਿੰਦੇ ਨੇ, ਬਟ ਇਹ ਜਿਹਾ ਕੁਛ ਨਹੀਂਗਾ। ਔਰ ਮੈਂ ਤਾਈਓ ਅੱਜ ਇੱਥੇ ਬੈਠੀ ਹਾਂ, ਔਰ ਅੱਗੇ ਵੀ ਇਸੇ ਤਰੀਕੇ ਦੇ ਨਾਲ ਜਿਹੜੀ ਸੱਚ ਗੱਲ ਹੋਊਗੀ ਉਹਦੀ ਹਮੇਸ਼ਾ ਸਪੋਰਟ ਕਰੂੰਗੀ। ਏਜੰਸੀਆਂ ਦੀ ਗਤੀ ਹੈ, ਬਲਦੇਵ ਸਿੰਘ ਮਾਨ ਹੋਣਾ ਦੀ ਜ਼ਿਕਰ ਕਰੀਏ ਤਾਂ ਉਹਨਾਂ ਨੇ ਆਮ ਲੋਕਾਂ ਦੇ ਹੱਕ 'ਚ ਬਹੁਤ ਆਵਾਜ਼ ਚੁੱਕੀ ਆ, ਹਰ ਬੰਦੇ ਦੇ ਨਾਲ ਖਲੋਂਦੇ ਸੀ, ਕਿਸੇ ਵੀ ਇਲਾਕੇ ਦੇ ਵਿੱਚ ਕੋਈ ਧੱਕਾ ਹੁੰਦਾ ਸੀ। ਅੱਜ ਸੋਨੀਆ ਮਾਨ ਵੀ ਉਸੇ ਰਸਤੇ ਚੱਲ ਪਏ ਆ। ਲੱਗਦਾ ਏਜੰਸੀਆਂ ਤੋਂ ਡਰ ਨਹੀਂ ਲੱਗਦਾ, ਕੇਂਦਰ ਸਰਕਾਰ ਦੀਆਂ ਭਾਵੇਂ ਪੰਜਾਬ ਦੀਆਂ ਹੋਣ? ਵੇਖੋ ਜੀ, ਮੈਨੂੰ ਨਹੀਂ ਡਰ ਲੱਗਦਾ ਕਿਸੇ ਤੋਂ ਵੀ। ਮੈਂ ਤੇ ਇਹੀ ਗੱਲ ਕਹੂੰਗੀ ਕਿ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਤੇ ਜਿਹੜੀਆਂ ਐਕਟੀਵਿਟੀਜ਼ ਚੱਲਦੀਆਂ ਨੇ, ਖਾਸ ਕਰਕੇ ਫੇਸਬੁੱਕ ਦੇ ਉੱਤੇ ਜਿਹੜੇ ਇਹਨਾਂ ਦੇ ਆਈਟੀ ਸੈੱਲ ਚੱਲਦੇ ਨੇ, ਉਹਨਾਂ ਤੋਂ ਬਚੋ। ਗਰਾਊਂਡ ਰਿਐਲਿਟੀ ਕੁਝ ਹੋਰ ਹੁੰਦੀ ਹੈ, ਸੋਸ਼ਲ ਮੀਡੀਆ ਦੀ ਰਿਐਲਿਟੀ ਕੁਝ ਹੋਰ ਹੁੰਦੀ ਹੈ, ਕਿਉਂਕਿ ਹਰ ਇੱਕ ਪੋਲੀਟੀਸ਼ੀਅਨ ਨੇ ਆਪਣਾ ਇੱਕ ਆਈਟੀ ਸੈੱਲ ਬਣਾਇਆ ਹੁੰਦਾ ਆ। ਬਹੁਤ ਸਾਰੇ ਝੂਠੇ ਕਮੈਂਟ ਲਿਖ ਕੇ ਰੱਖ ਦਿੰਦੇ ਨੇ ਤੇ ਪਾ ਦਿੰਦੇ ਨੇ, ਐਵੇਂ ਹੀ ਏਜੰਸੀਆਂ ਕੰਮ ਕਰਦੀਆਂ ਨੇ, ਠੀਕ ਹੈ। ਔਰ ਚੰਗੇ ਬੰਦੇ ਨੂੰ ਇਹਨਾਂ ਨੇ ਉਵੇਂ ਨਹੀਂ ਰਹਿਣ ਦਿੱਤਾ। ਸੰਜੇ ਨਾਲ ਪਿੰਡਰਾਂ ਵਾਲਿਆਂ ਨੇ ਆਵਾਜ਼ ਚੁੱਕੀ ਸੀਗੀ ਪੰਜਾਬ ਵਾਸਤੇ, ਉਹਨਾਂ ਨੂੰ ਨਹੀਂ ਰਹਿਣ ਦਿੱਤਾ। ਜਿਹੜਾ ਵੀ ਬੰਦਾ ਪੰਜਾਬ ਦੇ ਹੱਕ ਵਾਸਤੇ ਆਵਾਜ਼ ਚੁੱਕੂਗਾ ਉਹਨੂੰ ਇਹ ਨਹੀਂ ਰਹਿਣ ਦੇਣਗੇ, ਤੇ ਜਿਹੜਾ ਕਿਤੇ ਨਾ ਕਿਤੇ ਏਜੰਸੀਆਂ ਨਾਲ ਮਿਲਿਆ ਰਹੂਗਾ ਉਹਨਾਂ ਦੇ ਅਕੋਰਡਿੰਗਲੀ ਚੱਲੂਗਾ। ਜਿਵੇਂ ਤੁਸੀਂ ਵੇਖ ਹੀ ਸਕਦੇ ਹੋ, ਜ਼ਿਕਰ ਕਰਦੇ ਹੋ, ਜਿਵੇਂ ਤੁਸੀਂ ਦੇਖ ਸਕਦੇ ਹੋ ਸਾਡੇ ਸਾਧ ਜਿਹੜੇ ਬਾਹਰ ਆਉਂਦੇ ਨੇ ਪੈਰੋਲ ਤੇ ਚਲ ਜਾਂਦੇ ਨੇ। ਇਹਨਾਂ ਨੂੰ ਲੋਕਾਂ ਨੂੰ ਜਿਹੜੀ ਏਜੰਸੀਆਂ ਨਾਲ ਮਿਲੇ ਹੋਏ ਨੇ, ਇਹਨਾਂ ਲੋਕਾਂ ਨੂੰ ਪੂਰੀਆਂ ਸੁਵਿਧਾਵਾਂ ਦਿੱਤੀਆਂ ਜਾਂਦੀਆਂ, ਜੇਲ੍ਹਾਂ ਦੇ ਵਿੱਚ ਵੀ ਬਾਹਰ ਵੀ ਸਾਰਾ ਕੁਝ, ਭਾਵੇਂ ਉਹ ਰੇਪਿਸਟ ਹੋਣ ਭਾਵੇਂ ਉਹ ਜਿਹੜੇ ਮਰਜ਼ੀ ਹੋਣ। ਇਹ ਨੇ ਏਜੰਟ ਮੇਨ, ਤੇ ਜਿਹੜੇ ਵਿਚਾਰੇ ਮੇਨਲੀ ਐਕਚੁਅਲੀ ਗੱਲ ਰੱਖਦੇ ਨੇ ਉਹਨਾਂ ਨੂੰ ਸਰਕਾਰ ਜਿਉਣ ਹੀ ਨਹੀਂ ਦਿੰਦੀ। ਬੀਜੇਪੀ ਆਗੂ ਜਿਹੜੇ ਹਰਜੀਤ ਗਰੇਵਾਲ ਉਹਨਾਂ ਨੇ ਪਿਛਲੇ ਦਿਨ ਇੱਕ ਬਿਆਨ ਦਿੱਤਾ ਸੀ, ਕਹਿੰਦੇ ਸੀ ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਦੀ ਤੁਸੀਂ ਗੱਲ ਕਰ ਰਹੇ ਹੋ, ਉਹਨਾਂ ਨੇ ਬੱਸਾਂ ਦੇ ਵਿੱਚੋਂ ਕੱਢ ਕੇ ਹਿੰਦੂ ਮਾਰੇ ਨੇ, ਪੰਜਾਬ ਦੇ ਲੋਕ ਮਾਰੇ ਨੇ। ਵੇਖੋ ਜੀ, ਮੈਂ ਉਦੋਂ ਪੈਦਾ ਨਹੀਂ ਹੋਈ ਸੀਗੀ, ਮੈਨੂੰ ਇਹ ਗੱਲਾਂ ਬਾਰੇ ਨਹੀਂ ਪਤਾ। ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਦੀ ਹਾਂ ਵੀ ਜਿਹੜੇ ਇਨਸਾਨ ਦੀ ਸਜ਼ਾ ਪੂਰੀ ਹੋ ਜਾਏ ਉਹਨਾਂ ਨੂੰ ਛੱਡ ਦੇਣਾ ਚਾਹੀਦਾ ਆ। ਜੇ ਬੰਦੀ ਸਿੰਘਾਂ ਨੇ ਇਹ ਸਭ ਕੁਝ ਕੀਤਾ ਸੀਗਾ ਤੇ ਸਰਕਾਰ ਕੋਰਟ ਨੇ ਉਹਨਾਂ ਨੂੰ ਸਜ਼ਾ ਵੀ ਦਿੱਤੀ ਹੋਊਗੀ, ਤੇ ਇੰਨੇ ਸਾਲਾਂ ਦੀ ਜਿਹੜੀ ਸਜ਼ਾ ਪੂਰੀ ਹੋਗੀ, ਲਾਅ ਐਂਡ ਆਰਡਰ ਤੇ ਇਹੀ ਕਹਿੰਦਾ ਹੈ। ਜੇ ਮੈਂ ਅੱਜ ਕਿਸੇ ਨੂੰ ਕੁੱਟਿਆ ਹੋਵੇ ਤੇ ਮੈਨੂੰ ਪੁਲਿਸ ਅੰਦਰ ਕਰੂਗੀ ਤੇ ਮੇਰੀ ਤਰੀਕ ਪਊਗੀ, ਤੇ ਜੋ ਕੋਰਟ ਮੈਨੂੰ ਸਜ਼ਾ ਦਊਗੀ ਮੈਂ ਉਹਨੇ ਦਿਨ ਜੇਲ੍ਹ ਕੱਟੂੰਗੀ, ਤੇ ਮੈਂ ਆਪਣੀ ਜ਼ਮਾਨਤ ਵੀ ਲਾਉਂਗੀ। ਤੇ ਜੇ ਮੈਂ ਉਦੋਂ ਵੀ ਨਹੀਂ ਬਾਹਰ ਆਉਂਦੀ ਤੇ ਮੇਰੀ ਸਜ਼ਾ ਕਿਤੇ ਨਾ ਕਿਸੇ ਦਿਨ ਪੂਰੀ ਹੋਊਗੀ ਨਾ, ਤੇ ਮੈਂ ਬਾਹਰ ਆਉਂਗੀ, ਮੈਂ ਉਹ ਦਿਨ ਦਾ ਵੇਟ ਕਰੂੰਗੀ। ਤੇ ਉਹ ਦਿਨ ਦਾ ਉਹ ਵੀ ਵੇਟ ਕਰ ਰਹੇ ਨੇ, ਉਹਨਾਂ ਨੇ ਆਪਣੀ ਸਜ਼ਾ ਪੂਰੀ ਕਰ ਲਈ, ਤੇ ਉਹਨਾਂ ਨੂੰ ਕੋਈ ਫਾਂਸੀ ਦੀ ਸਜ਼ਾ ਤਾਂ ਨਹੀਂ ਨਾ ਦਿੱਤੀ ਗਈ। ਜੇ ਫਾਂਸੀ ਦੀ ਸਜ਼ਾ ਦਿੱਤੀ ਗਈ ਹੋਵੇ ਤੇ ਮੈਂ ਮੰਨਾਂ, ਫਿਰ ਉਹ ਨਹੀਂ ਬਾਹਰ ਆ ਸਕਦੇ। ਤੇ ਜੇ ਸਜ਼ਾ ਹੀ ਪੂਰੀ ਹੋ ਗਈ ਫਿਰ ਤੇ ਉਹਨਾਂ ਨੂੰ ਬਾਹਰ ਆ ਜਾਣਾ ਚਾਹੀਦਾ ਹੈ। ਤੇ ਇਹ ਜਿਹੜੀਆਂ ਬੇਹੂਦਾ ਸਟੇਟਮੈਂਟਸ ਜਿਹੜੇ ਪੋਲੀਟੀਸ਼ੀਅਨਸ ਦੇ ਰਹੇ ਨੇ ਆਪਣੀ ਕੁਰਸੀ ਦੇ ਉੱਤੇ ਜੁੜੇ ਰਹਿਣ ਵਾਸਤੇ, ਇੱਕ ਲੋਕਾਂ ਦੀ ਸਿੰਪੈਥੀ ਗੇਨ ਕਰਨ ਵਾਸਤੇ, ਪਤਾ ਨਹੀਂ ਕੀ ਇਹ ਤੇ ਫਿਰ ਕਤਲ ਦੀ ਸਜ਼ਾ ਵੀ ਹੁੰਦੀ ਆ, ਉਹ ਵੀ ਜ਼ਮਾਨਤ ਤੇ ਬਾਹਰ ਆ ਜਾਂਦੇ ਨੇ। ਤੇ ਸਭ ਤੋਂ ਵੱਡੀ ਐਗਜ਼ਾਮਪਲ ਤੇ ਮੈਂ ਬਿਲਕਿਸ ਬਾਨੂ ਤੇ ਤੁਹਾਡਾ ਸਾਧ ਜਿਹੜਾ ਬਾਹਰ ਆ ਕੇ ਅੰਦਰ ਚਲ ਜਾਂਦਾ ਆ, ਤੇ ਇਸ ਤੋਂ ਉੱਤੇ ਐਗਜ਼ਾਮਪਲਸ ਤੇ ਹੋਰ ਸੈੱਟ ਹੋ ਹੀ ਨਹੀਂ ਸਕਦੀਆਂ। ਬਹੁਤ ਵਾਰ ਤੁਸੀਂ ਰਾਜਾ ਸਾਂਸੀ ਹਲਕੇ ਦਾ ਜ਼ਿਕਰ ਕਰ ਚੁੱਕੇ ਹੋ, ਪਹਿਲਾਂ ਵੀ ਮੈਂ ਤੁਹਾਡੀ ਇੰਟਰਵਿਊ ਕੀਤੀ ਆ ਕਿ ਬਹੁਤ ਸਾਰੇ ਲੋਕਾਂ ਦਾ ਕਹਿਣਾ ਸੀ ਕਿ ਸੋਨੀਆ ਮਾਨ ਜਿਹੜੇ ਆਮ ਆਦਮੀ ਪਾਰਟੀ ਵੱਲੋਂ ਚੋਣ ਲੜ ਸਕਦੇ ਨੇ ਰਾਜਾ ਸਾਂਸੀ ਹਲਕੇ ਤੋਂ, ਜਾਂ ਅੰਮ੍ਰਿਤਸਰ ਦੀ ਲੋਕ ਸਭਾ ਚੋਣ ਲੜ ਸਕਦੇ ਨੇ। ਕੋਈ ਇਦਾਂ ਦਾ ਵਿਚਾਰ ਹੈਗਾ ਜ਼ਿੰਦਗੀ 'ਚ? ਵੇਖੋ ਜੀ, ਇਲੈਕਸ਼ਨ ਲੜਨਾ ਕੋਈ ਮਾੜੀ ਗੱਲ ਨਹੀਂ ਹੁੰਦੀ, ਜੇ ਲੜਨੀ ਚਾਹੀਦੀ ਹੈ, ਔਰ ਮੈਨੂੰ ਲੱਗਦਾ ਪੜ੍ਹੇ ਲਿਖੇ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਹੈ। ਮੇਰਾ ਰਾਜਾ ਸਾਂਸੀ ਹਲਕੇ ਤੋਂ ਮੈਨੂੰ ਆਫਰ ਹੋਈ ਸੀਗੀ ਆਮ ਆਦਮੀ ਦੀ ਟਿਕਟ, ਔਰ ਮੋਹਾਲੀ ਤੋਂ ਵੀ ਹੋਈ ਸੀਗੀ, ਔਰ ਬਟ ਮੈਂ ਨਹੀਂ ਲੜੀ। ਮੇਰਾ ਵਿਚਾਰ ਨਹੀਂ ਸੀਗਾ, ਬਿਕਾਜ਼ ਮੈਨੂੰ ਪੋਲੀਟੀਕਲੀ ਇੰਨੀ ਸੈਂਸ ਨਹੀਂ ਹੈਗੀ ਹਜੇ, ਬਿਕਾਜ਼ ਮੈਂ ਪੋਲੀਟਿਕਸ ਕਦੀ ਕੀਤੀ ਨਹੀਂ। ਮੈਂ ਐਕਟਰ ਹਾਂ ਔਰ ਮੈਨੂੰ ਐਕਟਿੰਗ ਕਰਨੀ ਆਉਂਦੀ ਹੈ। ਐਕਟਰਾਂ ਨੇ ਜਿਹੜੀਆਂ ਚੋਣਾਂ ਲੜੀਆਂ ਨੇ, ਐਮਪੀ ਬਣੇ ਨੇ। ਵੇਖੋ, ਮੈਨੂੰ ਨਹੀਂ ਪਤਾ ਵੀ ਉਹ ਬਣੇ ਹੋਣਗੇ, ਉਹਨਾਂ ਦਾ ਇੰਟਰਸਟ ਹੋਊਗਾ ਇਸ ਚੀਜ਼ ਦੇ ਵਿੱਚ, ਬਟ ਮੈਨੂੰ ਰਾਈਟ ਨਾਓ ਮੈਨੂੰ ਇਹ ਪਤਾ ਆ ਵੀ ਮੈਨੂੰ ਐਕਟਿੰਗ ਬਹੁਤ ਵਧੀਆ ਕਰਨੀ ਆਉਂਦੀ ਆ, ਔਰ ਮੈਂ ਰੀਲਾਂ ਪਾਉਂਦੀ ਰਹਿੰਦੀ ਆ, ਔਰ ਜਿਹੜਾ ਮੈਨੂੰ ਬਚਪਨ ਤੋਂ ਸ਼ੌਂਕ ਸੀਗਾ, ਔਰ ਅੱਗੇ ਜੇ ਮੇਰਾ ਜੀ ਕਰੂਗਾ, ਹਰ ਇੱਕ ਦਾ ਜੋ ਜੀ ਕਰਦਾ ਉਹ ਕਰਨਾ ਚਾਹੀਦਾ ਆ। ਸਿਆਸਤ ਆ ਸਕਦੇ ਹੋ ਤੁਸੀਂ? ਆਫ ਕੋਰਸ, ਜੇ ਮੇਰਾ ਜੀ ਕਰੂਗਾ ਤੇ ਮੈਂ ਆ ਜਾਊਂਗੀ। ਇਹ ਸਨ ਫਿਲਮੀ ਅਦਾਕਾਰ ਸੋਨੀਆ ਮਾਨ, ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ, ਜਿਨ੍ਹਾਂ ਦਾ ਕਹਿਣਾ ਕਿ ਉਹ 3 ਤਰੀਕ ਨੂੰ ਇੱਕ ਵੱਡਾ ਜਥਾ ਜਿਹੜਾ ਜਥੇਬੰਦੀਆਂ ਦੀ ਸਪੋਰਟ ਦੇ ਨਾਲ ਚੰਡੀਗੜ੍ਹ ਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ